Morning. FAT as an amplifier. ਫੀਲਡ ਇਫੈਕਟਰ ਟਰਾਂਜਿਸਟਰ ਨੂੰ ਯੂਜ਼ ਕਰਾਂਗੇ ਐਜ਼ ਐਨ ਐਂਪਲੀਫਾਇਰ। ਉਸ ਦੇ ਲਈ ਤਿੰਨ ਸਰਕਿਟ ਹੋ ਸਕਦੇ ਹੈ। ਫਸਟ ਹੈਗਾ ਕਾਮਨ ਸੋਰਸ ਕੌਨਫੀਗਰੇਸ਼ਨ, ਸੈਕਿੰਡ ਹੈ ਕਾਮਨ ਡਰੇਨ ਕੌਨਫੀਗਰੇਸ਼ਨ ਅਤੇ ਥਰਡ ਹੈਗਾ ਕਾਮਨ ਗੇਟ ਕੌਨਫੀਗਰੇਸ਼ਨ। ਸਭ ਤੋਂ ਫਸਟ ਡਿਸਕਸ ਕਰਦੇ ਹਾਂ ਕਾਮਨ ਸੋਰਸ ਕੌਨਫੀਗਰੇਸ਼ਨ। ਇਸ ਦੇ ਵਿੱਚ ਆਹ ਵਾਲਾ ਇਸਦਾ ਸਰਕਿਟ ਸਿੰਬਲ ਹੈ, ਠੀਕ ਹੈ। ਸੋਰਸ ਨੂੰ ਆਪਾਂ ਕਾਮਨ ਕਰਨਾ, ਡਰੇਨ ਦੇ ਕਰਸਪੋਂਡਿੰਗ ਇੱਕ ਲੋਡ ਰਜਿਸਟੈਂਸ ਲਗਾਵਾਂਗੇ। ਇਹ ਵਾਲਾ ਤੁਹਾਡੇ ਕੋਲ ਗੇਟ ਹੈ। ਇਸ ਦੇ ਵਿੱਚ ਆਰ ਐਸ ਦੀ ਜਿਹੜੀ ਵੈਲਿਊ ਹੈ ਉਹ 0 ਲੈ ਕੇ ਚੱਲਣੀ ਹੈ, ਠੀਕ ਹੈ, ਸੀਰੀਜ਼ ਰਜਿਸਟੈਂਸ ਦੀ ਵੈਲਿਊ। ਅਤੇ ਆਊਟਪੁੱਟ ਵੋਲਟੇਜ ਹੈਗੀ ਹੈ V0। ਕਾਮਨ ਸੋਰਸ FET ਐਂਪਲੀਫਾਇਰ ਦੇ ਵਿੱਚ ਤੁਹਾਡੇ ਕੋਲ ਜਿਹੜਾ ਸੋਰਸ ਟਰਮੀਨਲ ਹੈ ਉਹ ਇਨਪੁੱਟ ਅਤੇ ਆਊਟਪੁੱਟ ਸਰਕਿਟ ਦੋਨਾਂ ਦੇ ਲਈ ਕਾਮਨ ਹੈ, ਠੀਕ ਹੈ। ਮੀਨਸ ਇਨਪੁੱਟ ਦੇ ਲਈ ਵੀ ਆਪਾਂ ਯੂਜ਼ ਕਰ ਸਕਦੇ ਹਾਂ ਸੋਰਸ ਵਾਲਾ, ਅਤੇ ਆਊਟਪੁੱਟ ਲਈ ਵੀ ਸੋਰਸ ਯੂਜ਼ ਕਰਾਂਗੇ। ਹੁਣ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਹੈ, ਇੱਧਰ ਇੱਕ ਬੈਟਰੀ ਲੱਗੀ ਹੈਗੀ ਹੈ BGG, ਇੱਧਰ ਬੈਟਰੀ ਲੱਗੀ ਹੋਈ ਹੈ BDD। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਕੋਈ ਵੀ AC ਸਿਗਨਲ ਹੈ VGS ਦਾ, ਉਸ ਨੂੰ ਐਂਪਲੀਫਾਈ ਕਰਾਂਗੇ। ਇਸ ਕਨੈਕਟਡ ਇਨ ਸੀਰੀਜ਼ ਵਿਥ ਗੇਟ ਬਾਇਸ ਬੈਟਰੀ BGG ਐਂਡ ਲੋਡ ਰਜਿਸਟੈਂਸ RL ਇਜ਼ ਕਨੈਕਟਡ ਟੂ ਡਰੇਨ ਟਰਮੀਨਲ। ਲੋਡ ਵਾਲਾ ਅਤੇ ਇਹ ਜਿਹੜੀ ਤੁਹਾਡੇ ਕੋਲ ਬੈਟਰੀ ਲੱਗੀ ਹੈ ਗੇਟ ਵਾਲੀ, ਇਹਨਾਂ ਦੋਨਾਂ ਨੂੰ ਸੀਰੀਜ਼ ਕਨੈਕਸ਼ਨ ਦੇ ਵਿੱਚ ਲਗਾਉਣਾ ਹੈ। ਜਦੋਂ AC ਸਿਗਨਲ ਦੇਣਾ, ਇਨਪੁੱਟ ਦਿੱਤਾ, ਸਪੋਜ਼ ਫਸਟ ਹਾਫ ਸਾਈਕਲ ਹੈਗਾ ਇਨਪੁੱਟ ਵੋਲਟੇਜ ਦਾ ਉਹ ਪੋਜ਼ੀਟਿਵ ਹੈ। ਪੋਜ਼ੀਟਿਵ ਹੋਣ ਦੇ ਨਾਲ ਜਿਹੜਾ ਗੇਟ ਹੈ ਉਹ ਲੈਸ ਨੈਗੇਟਿਵ ਹੋਏਗਾ ਅਤੇ ਡਰੇਨ ਕਰੰਟ ਤੁਹਾਡੇ ਕੋਲ ਕੀ ਹੋ ਜਾਏਗਾ, ਇਨਕਰੀਜ਼ ਹੋਏਗਾ। ਤਾਂ ਵੋਲਟੇਜ ਡਰੋਪ ਹੋ ਰਹੀ ਹੈ ਜਿਹੜੀ ਅਕਰੋਸ RL, ਵੋਲਟੇਜ ਡਰੋਪ ਹੋਏਗਾ, ਜਿਸ ਦੇ ਨਾਲ ਜਿਹੜਾ ਡਰੇਨ ਟਰਮੀਨਲ ਉਹ ਲੈਸ ਕੀ ਹੋ ਜਾਏਗਾ, ਪੋਜ਼ੀਟਿਵ ਵਿਦ ਰਿਸਪੈਕਟ ਟੂ ਦਾ ਸੋਰਸ। ਅਤੇ ਸਮਾਲ ਵੋਲਟੇਜ ਵੇਰੀਏਸ਼ਨ ਹੈਗੀ ਜਿਹੜੀ ਗੇਟ ਪ੍ਰੋਡਿਊਸ ਕਰੇਗਾ ਵੋਲਟੇਜ ਵੇਰੀਏਸ਼ਨ ਅਕਰੋਸ RL, ਜਿਸ ਦੇ ਨਾਲ ਐਂਪਲੀਫਿਕੇਸ਼ਨ ਹੈ ਜਿਹੜੀ ਹੋਏਗੀ। ਜਦੋਂ ਗੇਟ ਵੋਲਟੇਜ ਇਨਕਰੀਜ਼ ਹੋਏਗੀ ਤਾਂ ਡਰੇਨ ਵੋਲਟੇਜ ਡਿਕਰੀਜ਼ ਹੋਏਗੀ। ਉਸ ਦੇ ਨਾਲ ਇਨਪੁੱਟ 'ਤੇ ਜਿਹੜਾ ਆਊਟਪੁੱਟ ਹੈਗਾ FET ਐਂਪਲੀਫਾਇਰ ਦੇ ਵਿੱਚ ਉਸਦਾ ਫੇਜ਼ ਸ਼ਿਫਟ ਆਏਗਾ 180 ਡਿਗਰੀ ਦਾ। ਤਾਂ ਸਰਕਿਟ ਕੀ ਪ੍ਰੋਡਿਊਸ ਕਰੇਗਾ, ਫੇਜ਼ ਰਿਵਰਸਲ, ਠੀਕ ਹੈ। ਉਸ ਤੋਂ ਬਾਅਦ ਫਾਈਂਡ ਆਊਟ ਕਰਾਂਗੇ ਵੋਲਟੇਜ ਗੇਨ ਡਿਨੋਟਡ ਬਾਈ AV। DC ਵੋਲਟੇਜ ਦੇ ਲਈ VDD ਦੀ ਵੈਲਿਊ ਆਏਗੀ VDS ਪਲਸ ID ਇੰਟੂ RL। BDD ਦੀ ਵੈਲਿਊ ਹੈਗੀ ਹੈ ਆਹ ਵਾਲੀ BDD ਦੀ ਵੈਲਿਊ VDS ਪਲਸ ID ਇੰਟੂ RL ਦੇ ਇਕੁਅਲ ਹੈ। ਅਤੇ AC ਵੋਲਟੇਜ ਦੇ ਲਈ VDS ਪਲਸ ID ਇੰਟੂ RL ਇਜ਼ ਇਕਸ ਟੂ 0 ਹੈ। ਹੁਣ ID ਦੀ ਵੈਲਿਊ ਡਰੇਨ ਕਰੰਟ ਦੀ ਵੈਲਿਊ ਹੈ GM VGS ਪਲਸ 1/RD ਇੰਟੂ VDS। ਇਹ ਵਾਲੀ ਜਿਹੜੀ ਵੈਲਿਊ ਹੈਗੀ ਹੈ ID ਦੀ ਵੈਲਿਊ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ। ਦੈਨ VDS RD ਪਲਸ RD GM VGS RL ਪਲਸ VDS RL ਇਜ਼ ਇਕਸ ਟੂ 0 ਬਣ ਗਿਆ। ਹੁਣ ਇਸ ਦੇ ਵਿੱਚੋਂ ਆਹ ਵਾਲੀ ਟਰਮ ਅਤੇ ਆਹ ਵਾਲੀ ਟਰਮ ਦੇ ਵਿੱਚੋਂ VDS ਕਾਮਨ ਕਰਾਂਗੇ, ਆਹ ਵਾਲੀ ਟਰਮ ਨੂੰ ਇੱਧਰਲੀ ਸਾਈਡ ਲੈ ਕੇ ਆਵਾਂਗੇ। ਅਤੇ ਇਸ ਦੇ ਵਿੱਚ RD ਇੰਟੂ GM ਹੈਗਾ, ਉਹਨਾਂ ਦੀ ਮਲਟੀਪਲਾਈ ਨੂੰ ਮਿਊ ਪੁੱਟ ਕਰਾਂਗੇ। ਮਿਊ ਤੁਹਾਡੇ ਕੋਲ ਹੈਗੇ ਐਂਪਲੀਫਿਕੇਸ਼ਨ ਫੈਕਟਰ। ਦੈਨ ਵੋਲਟੇਜ ਗੇਨ ਕੀ ਹੈ, VDS ਅਪੋਨ VGS, ਡਰੇਨ ਸੋਰਸ ਵੋਲਟੇਜ ਅਪੋਨ ਗੇਟ ਸੋਰਸ ਵੋਲਟੇਜ ਮੀਨਸ ਆਊਟਪੁੱਟ ਅਪੋਨ ਇਨਪੁੱਟ ਵੋਲਟੇਜ। ਤਾਂ ਇਸ ਦੀ ਵੈਲਿਊ ਆ ਜਾਏਗੀ ਮਾਈਨਸ ਮਿਊ RL ਅਪੋਨ RD ਪਲਸ RL ਦੇ ਇਕੁਅਲ ਹੈ। ਇਹ ਜਿਹੜਾ ਨੈਗੇਟਿਵ ਸਾਈਨ ਹੈਗਾ ਇਸ ਇਕੁਏਸ਼ਨ ਦੇ ਵਿੱਚ ਉਹ ਸ਼ੋ ਕਰ ਰਿਹਾ ਆਊਟਪੁੱਟ ਸਿਗਨਲ 180 ਆਊਟ ਆਫ ਫੇਜ਼ ਦੇ ਨਾਲ ਹੈਗੇ ਇਨਪੁੱਟ ਸਿਗਨਲ ਦੇ ਨਾਲ। ਹੁਣ VDS ਦੀ ਵੈਲਿਊ ਕੀ ਆ ਜਾਏਗੀ, ਮਾਈਨਸ ਮਿਊ RL ਇੰਟੂ VGS ਅਪੋਨ RD ਪਲਸ RL। ਤਾਂ AC ਕੰਪੋਨੈਂਟ ਹੈਗਾ ਜਿਹੜਾ ਡਰੇਨ ਕਰੰਟ ਦਾ, ਉਸ ਦੀ ਵੈਲਿਊ ਕੀ ਬਣ ਜਾਏਗੀ, ਮਾਈਨਸ VDS ਅਪੋਨ RL ਇਜ਼ ਇਕਸ ਟੂ ਇਸ ਇਕੁਏਸ਼ਨ ਤੋਂ ਕੈਲਕੂਲੇਟ ਕਰਾਂਗੇ ਮਿਊ BGS ਅਪੋਨ RD ਪਲਸ RL। ਉਸ ਤੋਂ ਬਾਅਦ ਹੈਗਾ ਤੁਹਾਡੇ ਕੋਲ ਆਊਟਪੁੱਟ ਰਜਿਸਟੈਂਸ। ਆਊਟਪੁੱਟ ਰਜਿਸਟੈਂਸ ਦੇ ਵਿੱਚ ਜਿਹੜਾ RD ਹੈਗਾ ਅਤੇ RL ਦੋਨੇ ਪੈਰਲਲ ਕੰਬੀਨੇਸ਼ਨ ਦੇ ਵਿੱਚ ਹੋਣਗੇ, ਠੀਕ ਹੈ। ਤਾਂ R0 ਦੀ ਵੈਲਿਊ ਆਏਗੀ RD, ਦੋਨੋਂ ਪੈਰਲਲ ਕੰਬੀਨੇਸ਼ਨ ਦੇ ਵਿੱਚ ਤਾਂ ਵੈਲਿਊ ਆਏਗੀ RD ਇੰਟੂ RL ਅਪੋਨ RD ਪਲਸ RL।
ਸੈਕਿੰਡ ਕੌਨਫੀਗਰੇਸ਼ਨ ਹੈ ਕਾਮਨ ਡਰੇਨ ਵਾਲੀ। ਇਸ ਕੌਨਫੀਗਰੇਸ਼ਨ ਦੇ ਵਿੱਚ RL ਦੀ ਜਿਹੜੀ ਵੈਲਿਊ ਹੈ, ਠੀਕ ਹੈ, RL ਦੀ ਵੈਲਿਊ 0 ਲੈ ਕੇ ਚੱਲਣੀ ਹੈ ਤੇ V0 ਆਊਟਪੁੱਟ ਵੋਲਟੇਜ ਹੈ। ਕਾਮਨ ਸੋਰਸ ਵਾਲੇ ਦੇ ਵਿੱਚ RS ਦੀ ਵੈਲਿਊ ਆਪਾਂ 0 ਲੈ ਕੇ ਚੱਲੇ ਸੀ, ਕਾਮਨ ਡਰੇਨ ਵਾਲੇ ਦੇ ਵਿੱਚ RL ਦੀ ਵੈਲਿਊ ਨੂੰ 0 ਲੈ ਕੇ ਚੱਲਣਾ, ਠੀਕ ਹੈ। ਇਸ ਦੇ ਵਿੱਚ ਜਿਹੜਾ ਡਰੇਨ ਟਰਮੀਨਲ ਹੈ ਇਨਪੁਟ ਤੇ ਆਊਟਪੁੱਟ ਦੋਨਾਂ ਦੇ ਲਈ ਕਾਮਨ ਹੈ। ਬਿਲਕੁਲ ਸੇਮ ਵੇ ਦੇ ਨਾਲ ਕਾਮਨ ਸੋਰਸ ਵਾਲੇ ਨਾਲ ਆਪਾਂ ਵੋਲਟੇਜ ਗੇਨ ਫਾਈਂਡ ਆਊਟ ਕਰਨਾ। ਵੋਲਟੇਜ ਗੇਨ ਦੀ ਵੈਲਿਊ ਆ ਜਾਏਗੀ ਮਿਊ RS अपॉन म्यू प्लस 1 अपॉन RS RD अपॉन म्यू प्लस 1। अगर इनपुट वोल्टेज VI आउटपुट वोल्टेज V0 उन्होंने विच कोई फेज शिफ्ट नहीं है दैन RS ग्रेटर दैन होएगा RD अपॉन म्यू प्लस 1 दे नालों। दैट मीनस आ वाला जिहड़ा वोल्टेज गेन है AB इज इक्वल्स टू म्यू अपॉन म्यू प्लस 1 दे इक्वल आएगा। म्यू ग्रेटर दैन है 1 दे नालों ਤਾਂ ਵੋਲਟੇਜ ਗੇਨ 1 ਆ ਰਿਹਾ। ਇਸ ਦਾ ਮੀਨਿੰਗ ਕੀ ਹੈ, ਆਊਟਪੁੱਟ ਵੋਲਟੇਜ, ਠੀਕ ਹੈ, ਐਟ ਦਾ ਸੋਰਸ ਫੋਲੋਜ਼ ਦਾ ਇਨਪੁੱਟ ਵੋਲਟੇਜ ਐਟ ਦਾ ਗੇਟ। ਇਸੇ ਰੀਜ਼ਨ ਦੇ ਕਾਰਨ ਕਾਮਨ ਡਰੇਨ ਕੌਨਫੀਗਰੇਸ਼ਨ ਨੂੰ ਕੀ ਕਹਿ ਸਕਦੇ ਹੈ, ਸੋਰਸ ਫੋਲੋਅਰ। ਨੈਕਸਟ ਹੈਗਾ ID ਡਰੇਨ ਵਾਲਾ ਕਰੰਟ। ID ਦੀ ਵੈਲਿਊ ਆ ਜਾਏਗੀ AV VI अपॉन RS। ਇਸ ਦੇ ਵਿੱਚ वैल्यू सबस्टिट्यूट करके वैल्यू आ जाएगी म्यू VI अपॉन म्यू प्लस 1 अपॉन RS प्लस RD अपॉन म्यू प्लस 1 के लिए। ये तुहाडे कोले की है वैल्यू है ID करंट की। नैक्सट है आउटपुट रजिस्टेंस। आउटपुट रजिस्टेंस के केस दे विच RL RS ते जिहड़ा RD हैगा वो पैरेलल कंबीनेशन दे विच लाने। दैन वैल्यू आ जाएगी R0 इज इक्वल्स टू RS अपॉन 1 प्लस GM इंटू RS। उस तो बाद है डिफरेंस बिटवीन FET एंड BJT। बाईपोलर ट्रांजिस्टर ते यूनीपोलर ट्रांजिस्टर उन्हां दे विचकार डिफरेंस की है। FET है उन्हां दा जिहड़ा ऑपरेशन है डिपेंड करेगा फ्लो ऑफ मेजोरिटी कैरीयर्स से, ठीक है। ये सिर्फ ऑपरेट कदों हुंदा जदों अपने कोल मेजोरिटी कैरीयर्स है उन्हां दा फ्लो होएगा दैन ही ऑपरेट करनगे। BJT दे विच मेजोरिटी एज वैल एज मिनोरिटी कैरीयर्स दोनों का फ्लो होएगा। इस दे विच इनपुट रजिस्टेंस हाई है, BJT दे विच इनपुट रजिस्टेंस लो होएगा। इस दे विच जिहड़ा डिवाइस है FET वो वोल्टेज कंट्रोल है, ये वाला BJT डिवाइस करंट कंट्रोल डिवाइस है। FET लैस नॉइजी है, BJT मोर नॉइजी हैगा। इस दे विच जिहड़े कैरीयर्स मूव होणगे वो की है थ्रू द चैनल बाय द ड्रिफ्ट प्रोसैस दे नाल है। BJT दे विच जिहड़े कैरीयर्स मूव करनगे थ्रू द बेस बाय द प्रोसैस ऑफ डिफ्यूजन। BJT दे विच डिफ्यूजन प्रोसैस है, FET दे विच ड्रिफ्ट प्रोसैस है। FET मोर स्टेबल है तो BJT लैस स्टेबल है।